ਬੰਦੀ ਸਿੰਘਾਂ ਦੀ ਰਿਹਾਈ ਇਸ ਕਰਕੇ ਨਹੀਂ ਹੋ ਰਹੀ क्योंकि सरकार ਨੂੰ ਡਰਿਆ कि एक ਵੱਡੇ ਵਰਗ ਦਾ ਵੋਟ ਬੈਂਕ ਜਿਹੜਾ ਆ ਉਹਨੂੰ ਖੋਰਾ ਨਾ ਲੱਗ ਜਾਵੇ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ, ਪੰਥਕ ਧਿਰਾਂ ਨੂੰ ਮੁੜ ਜੁੜਨਾ ਚਾਹੀਦਾ। ਨਿਰਸੰਦੇਹ ਬਿਨਾਂ ਸ਼ੱਕ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਉਹਦੇ ਵਿੱਚ ਅੜਿੱਕਾ ਬਣ ਰਿਹਾ ਸਿਆਸਤ, ਉਹਦੇ ਵਿੱਚ ਅੜਿੱਕਾ ਬਣ ਰਹੇ ਆ ਨਿੱਜੀ ਸਵਾਰਥ ਤੇ ਚਿੰਤਾ ਤਾਂ ਇਹ ਵੀ ਹੋਣੀ ਚਾਹੀਦੀ ਸੀ ਕਿ ਸਾਡੇ ਘਰ ਵਿੱਚ ਜਿਨ੍ਹਾਂ ਨੂੰ ਤੁਸੀਂ ਸਿਰ ਜੋੜ ਕੇ ਤੁਰਨ ਲਈ ਕਿਹਾ ਸੀਗਾ ਉਹ ਖੇਰੂ ਕਿਉਂ ਹੋ ਗਏ? ਉਹਨਾਂ ਨੇ ਆਪੋ ਆਪਣੇ ਰਾਹ ਕਿਉਂ ਅਖਤਿਆਰ ਕਰ ਲਏ? ਦਾ ਖਾਲਸ ਟੀਵੀ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਪਿਆਰ ਕਰਨ ਵਾਲੇ ਦੋਸਤੋ, ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਖਾਲਸ ਸਪੈਸ਼ਲ ਵਿੱਚ ਤੁਹਾਡਾ ਸਵਾਗਤ, ਵੈਲਕਮ, ਜੀ ਆਇਆਂ ਨੂੰ, ਦਿਲੋਂ ਆਦਰ ਸਤਿਕਾਰ। ਕਮਲਜੀਤ ਸਿੰਘ ਬਣਵੈਤ ਦੀ ਸਤਿ ਸ੍ਰੀ ਅਕਾਲ। ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵੇਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਇੱਕ ਸੁਨੇਹਾ ਲਾਇਆ। ਸੁਨੇਹਾ ਚਾਹੇ ਚਾਸ਼ਨੀ ਵਿੱਚ ਲਪੇਟਿਆ ਹੋਇਆ ਸੀ, ਪਰ ਇਹਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਛਿੜੀ ਹੋਈ ਆ। ਇਸ ਤੋਂ ਪਹਿਲਾਂ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਸੁਨੇਹੇ ਹੁੰਦੇ ਆ, ਸੰਬੋਧਨ ਹੁੰਦੇ ਆ, ਜਾਂ ਉਹ ਕੌਮ ਜਾਂ ਮੀਡੀਆ ਨੂੰ ਸੰਬੋਧਨ ਕਰਦੇ ਆ, ਉਹਨਾਂ ਵਿੱਚ ਵੀ ਉਹਨਾਂ ਦੇ ਜਿਹੜੇ ਬਿਆਨ ਆ ਉਹਨਾਂ ਵਿੱਚੋਂ ਸਿਆਸੀ ਉਹ ਕੁਝ ਝਲਕ ਪੈਂਦੀ ਹੁੰਦੀ ਆ। ਤੇ ਆਮ ਚਰਚਾ ਇਹ ਵੀ ਆ ਕਿ ਉਹ ਇੱਕ ਪਾਰਟੀ ਦੇ ਹੱਕ 'ਚ ਖੜਦੇ ਆ, ਚਾਹੇ ਇਹਦਾ ਕੋਈ ਜਿਹੜਾ ਸਿੱਧੇ ਤੌਰ 'ਤੇ ਆਪਾਂ ਕਹਿੰਦੇ ਆ ਕਿ ਸਾਡੇ ਕੋਲ ਕੋਈ ਸਬੂਤ ਨਹੀਂ, ਪਰ ਕਿਉਂਕਿ ਨਾਪਣ ਤੋਲਣ ਵਾਲੀ ਗੱਲ ਜਿਹੜੀ ਆ ਉਹ ਹਰ ਗੱਲ ਦਾ ਵਜਨ ਦੇਖ ਲੈਂਦੇ ਆ। ਉਹਨਾਂ ਨੇ ਕੱਲ੍ਹ ਇਹ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਿ ਬੰਦੀ ਸਿੰਘਾਂ ਦੀ ਰਿਹਾਈ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਸਰਕਾਰ ਨੂੰ ਡਰਿਆ ਕਿ ਇੱਕ ਵੱਡੇ ਵਰਗ ਦਾ ਵੋਟ ਬੈਂਕ ਜਿਹੜਾ ਆ ਉਹਨੂੰ ਖੋਰਾ ਨਾ ਲੱਗ ਜਾਵੇ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਜਿਹੜਾ ਇਹ ਇਸ਼ਾਰਾ ਸੀ ਇਹ ਸਭ ਦੇ ਪੱਲੇ ਪੈ ਗਿਆ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ, ਪੰਥਕ ਧਿਰਾਂ ਨੂੰ ਮੁੜ ਜੁੜਨਾ ਚਾਹੀਦਾ। ਨਿਰਸੰਦੇਹ ਬਿਨਾਂ ਸ਼ੱਕ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਉਹਦੇ ਵਿੱਚ ਅੜਿੱਕਾ ਬਣ ਰਿਹਾ ਸਿਆਸਤ, ਉਹਦੇ ਵਿੱਚ ਅੜਿੱਕਾ ਬਣ ਰਹੇ ਆ ਨਿੱਜੀ ਸਵਾਰਥ। ਪਰ ਮੈਨੂੰ ਇੰਝ ਲੱਗਦਾ ਕਿ ਜਥੇਦਾਰ ਹੋਣਾ ਨੂੰ ਜਿਹੜਾ ਇੱਕ ਹੋਰ ਵਰਗ ਦੀਆਂ ਵੋਟਾਂ ਬਾਰੇ ਚਿੰਤਾ ਆ, ਤੇ ਚਿੰਤਾ ਤਾਂ ਇਹ ਵੀ ਹੋਣੀ ਚਾਹੀਦੀ ਸੀ ਕਿ ਸਾਡੇ ਘਰ ਵਿੱਚ ਜਿਨ੍ਹਾਂ ਨੂੰ ਤੁਸੀਂ ਸਿਰ ਜੋੜ ਕੇ ਤੁਰਨ ਲਈ ਕਿਹਾ ਸੀਗਾ ਉਹ ਖੇਰੂ ਕਿਉਂ ਹੋ ਗਏ? ਉਹਨਾਂ ਨੇ ਆਪੋ ਆਪਣੇ ਰਾਹ ਕਿਉਂ ਅਖਤਿਆਰ ਕਰ ਲਏ? ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਸੁਨੇਹਾ ਦਿੱਤਾ ਸੀਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋਣ। ਉਹਨਾਂ ਨੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਦੀ ਡਿਊਟੀ ਲਾਈ ਸੀ। ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਬਿਆਨ ਦੀ ਪ੍ਰੋੜਤਾ ਕੀਤੀ ਸੀ ਸੁਖਬੀਰ ਸਿੰਘ ਬਾਦਲ ਹੁਣਾਂ ਨੇ। ਧਾਮੀ ਸਾਹਿਬ ਦੇ ਸੱਦੇ ਤੇ ਪੰਥਕ ਧਿਰਾਂ ਇਕੱਠੀਆਂ ਹੋ ਗਈਆਂ, ਅੰਮ੍ਰਿਤਸਰ ਵਿੱਚ ਮੀਟਿੰਗ ਹੋਈ। ਪਹਿਲਾਂ 9 ਮੈਂਬਰੀ ਕਮੇਟੀ ਬਣੀ, ਫਿਰ 11 ਮੈਂਬਰੀ ਕਮੇਟੀ ਬਣਾ ਦਿੱਤੀ ਗਈ। ਜਦੋਂ 11 ਮੈਂਬਰੀ ਕਮੇਟੀ ਦੀ ਪਲੇਠੀ ਮੀਟਿੰਗ ਸੀ ਉਸ ਵਿੱਚ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਬਲਜੀਤ ਸਿੰਘ ਦਾਦੂ ਵਾਲੇ ਆ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਆਲੋਚਨਾ ਕਰਤੀ ਸੀ। ਕਿਹਾ ਤਾਂ ਇਹ ਵੀ ਜਾਂਦਾ ਕਿ ਮੀਟਿੰਗ ਦੇ ਵਿੱਚ ਹੀ ਉਹ ਵਰ ਪਏ ਸੁਖਬੀਰ ਸਿੰਘ ਬਾਦਲ ਤੇ, ਪਰ ਬਾਹਰ ਆ ਕੇ ਉਹਨਾਂ ਨੇ ਇੱਕ ਚਿੱਠੀ ਵੀ ਜਾਰੀ ਕੀਤੀ। ਤੇ ਅਸੀਂ ਜਦੋਂ ਗੱਲ ਕੀਤੀ ਸੀਗੀ ਧਾਮੀ ਸਾਹਿਬ ਨਾਲ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੋਈ ਪੁਰਾਣੀ ਜਿਹੜੀ ਰੰਜਿਸ਼ ਚੱਲਦੀ ਆ, ਪਰ ਮਸਲਾ ਜਿਹੜਾ ਆ ਹੱਲ ਹੋ ਗਿਆ ਤੇ ਦਾਦੂਵਾਲ ਸਾਹਿਬ ਜਿਹੜੇ ਆ ਉਹ ਮੰਨ ਗਏ ਅੱਗੇ ਨਾਰਾ ਰੱਖ ਕੇ ਤੁਰਨ ਨੂੰ। ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਆ, ਉਹਨਾਂ ਨੇ ਵੀ ਸੁਖਬੀਰ ਦੇ ਅੰਗੇਸ਼ਟ ਬਿਆਨ ਦਿੱਤੇ, ਕਹਿ ਲਈਏ, ਜਾਂ ਜਿਹੜੀ ਸੁਖਬੀਰ ਨਾਲ ਸਹੁਰਿਆਂ ਨਹੀਂ ਸੀ ਮਿਲਦੀ। ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੀ ਆ ਗਏ। ਹੁਣ ਅਸੀਂ ਕੱਲ੍ਹ ਵੀ ਚਰਚਾ ਕੀਤੀ ਸੀ ਕਿ ਇਸ ਕਮੇਟੀ ਵੱਲੋਂ ਸਮਾਂ ਮੰਗਿਆ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਸਕੱਤਰ, ਗ੍ਰਹਿ ਮੰਤਰੀ ਸਮੇਤ 2 ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨ ਲਈ, ਪਰ ਉਹਨਾਂ ਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ। ਜਦੋਂ ਇਹ ਪਤਾ ਲੱਗ ਜਾਏ ਕਿ ਤੁਹਾਡੀ ਘਰ ਵਿੱਚ ਨਹੀਂ ਬਣਦੀ ਤਾਂ ਬਾਹਰਲਾ ਬੰਦਾ ਤੁਹਾਨੂੰ ਪੁੱਛਦਾ ਨਹੀਂ, ਤੁਹਾਨੂੰ ਜਿਹੜਾ ਉਨੀ ਵੇਟੇਜ ਨਹੀਂ ਦਿੰਦਾ। ਸੋ ਮੇਰਾ ਕਹਿਣ ਦਾ ਮਤਲਬ ਇਹ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜੇ ਉਹਨਾਂ ਨੇ ਧਿਰਾਂ ਜੋੜੀਆਂ ਸੀਗੀਆਂ, ਜੇ ਪਹਿਲਾਂ ਉਹਨਾਂ ਦੀ ਖਿਚਾਈ ਕਰਦੇ ਜਾਂ ਉਹਨਾਂ ਕੋਲੋਂ ਪੁੱਛਦੇ, ਜਾਂ ਆਪਾਂ ਇਹ ਕਹਿ ਲਈਏ ਕਿ ਜੇ ਉਹ ਇਹ ਮੰਗ ਕਰਦੀਆਂ ਕਿ ਸੁਖਬੀਰ ਸਿੰਘ ਬਾਦਲ ਪਾਸੇ ਹੋ ਜਾਣ ਤਦ ਉਹ ਇਕੱਠੇ ਤੁਰਨ ਨੂੰ ਤਿਆਰ ਆ, ਤਾਂ ਕੀ ਸੁਖਬੀਰ ਸਿੰਘ ਬਾਦਲ ਨੂੰ ਇਹ ਕੁਰਬਾਨੀ ਨਹੀਂ ਦੇ ਦੇਣੀ ਚਾਹੀਦੀ?
ਜਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਇਹ ਅਪੀਲ ਨਹੀਂ ਕਰਨੀ ਚਾਹੀਦੀ। ਪਰ ਇੱਥੇ ਤਾਂ ਪੁਰਾਣੀਆਂ ਚਰਚਾਵਾਂ ਚੱਲੀਆਂ ਆ ਰਹੀਆਂ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਉਹ ਨਿਕਲਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਖੀਸੇ ਚੋਂ, ਤੇ ਜਿਹੜਾ ਜਥੇਦਾਰ ਨਿਕਲਦੇ ਆ ਉਹ ਵੀ ਲਿਫਾਫੇ ਵਿੱਚੋਂ। ਸੋ ਅਜਿਹੀ ਹਾਲਤ ਵਿੱਚ ਜਥੇਦਾਰ ਸਾਹਿਬ ਕਿਵੇਂ ਕਹਿ ਦੇਣ ਸਿਆਸੀ ਆਪਣੇ ਜਿਹੜੇ ਹੈਗੇ ਆ ਉਹਨਾਂ ਨੂੰ ਕਿ ਤੁਸੀਂ ਇੰਜ ਨਹੀਂ ਇੰਜ ਕਰ, ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ, ਬੜਾ ਔਖਾ ਹੁੰਦਾ। ਤੇ ਮੈਂ ਚੇਤੇ ਕਰਾਉਣਾ, ਵੈਸੇ ਤਾਂ ਜਿਹੜੀ ਗੱਲ ਆ ਉਹ ਇਹਨਾਂ ਗੱਲਾਂ ਦੀ ਪੁਸ਼ਟੀ ਹੈ ਕਿ ਆਮ ਕਰਕੇ ਜਥੇਦਾਰਾਂ ਕੋਲੇ ਮੁੱਖ ਮੰਤਰੀ ਜਾਂ ਕੋਈ ਸ਼ਖਸੀਅਤ ਹੋਵੇ ਉਹ ਚੱਲ ਕੇ ਜਾਂਦੀ ਆ, ਪਰ ਜਦੋਂ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਸੀਗੀ ਤਦ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਆਪਣੇ ਘਰੇ ਬੁਲਾਏ ਸੀਗੇ ਜਥੇਦਾਰ। ਇਹ ਹੋਰ ਵੀ ਕਈ ਮੌਕੇ ਆ ਜਿੱਥੇ ਅਜਿਹਾ ਕੋਈ ਵਾਪਰਦਾ ਰਿਹਾ। ਸੋ ਇਸ ਨੂੰ ਲੈ ਕੇ ਵੱਡੀਆਂ ਉਦਾਹਰਨਾਂ ਇਹ ਤੋਂ ਹੋਰ ਦੇਣ ਦੀ ਲੋੜ ਨਹੀਂ ਹੈਗੀ। ਪਰ ਮੈਨੂੰ ਇੰਝ ਲੱਗਦਾ ਕਿ ਜਥੇਦਾਰ ਉਹਨਾਂ ਦਾ ਬਿਆਨ ਜਿਹੜਾ ਆ ਉਹ ਕਿਤੇ ਨਾ ਕਿਤੇ ਇਹ ਜ਼ਰੂਰ ਇਸ਼ਾਰਾ ਦਿੰਦਾ ਜਾਂ ਕਿਤੇ ਨਾ ਕਿਤੇ ਇਹ ਝਲਕਾਰਾ ਜ਼ਰੂਰ ਪੈਂਦਾ ਕਿ ਉਹ ਚਾਹੁੰਦੇ ਆ ਪੰਥ ਇਕੱਠਾ ਹੋਵੇ, ਪਰ ਉਹਦੀ ਅਗਵਾਈ ਜਿਹੜੀ ਆ ਉਹ ਸੁਖਬੀਰ ਸਿੰਘ ਬਾਦਲ ਕਰਨ। ਦੂਜੇ ਬੰਨੇ ਜਿਹੜਾ ਇੱਕ ਮੰਥਨ ਕਮੇਟੀ ਬਣਾਈ ਗਈ ਸੀ, ਚਿੰਤਨ ਕਮੇਟੀ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਵੱਲੋਂ, ਉਹਦੇ ਵਲੰਟੀਅਰ ਕਾਡਰ ਤੇ ਆਮ ਲੋਕ ਜਿਹੜੇ ਉਹ ਕਹਿੰਦੇ ਆ ਕਿ ਜੇ ਅਕਾਲੀ ਦਲ ਨੂੰ ਮੁੜ ਪੈਰਾਂ ਤੇ ਖੜਾ ਕਰਨਾ ਤਾਂ ਜਿਹੜੇ ਬਾਦਲ ਕੇ ਆ ਉਹ ਲਾਂਭੇ ਹੋ ਜਾਣ। ਸੋ ਹੁਣ ਜਥੇਦਾਰ ਸਾਹਿਬ ਨੇ ਇਹ ਸੋਚਣਾ ਕਿ ਪੰਥਕ ਜਿਹੜੀ ਏਕਤਾ ਉਹਦੇ ਲਈ ਜਾਂ ਬੰਦੀ ਸਿੰਘਾਂ ਦੀ ਰਿਹਾਈ ਕਰਾਉਣ ਲਈ ਕੀ ਕੁਝ ਅਜਿਹਾ ਹੋ ਸਕਦਾ ਕਿ ਇੱਕ ਬੰਦਾ ਆਪਣੇ ਅਹੁਦੇ ਦੀ ਆਪਣੀ ਜਿਹੜੀ ਹੈਗੀ ਆ ਜਿਹੜੀ ਵੱਡੇ ਰਹਿਣ ਦੀ ਲਾਲਸਾ ਉਹਨੂੰ ਤਿਆਗ ਕੇ ਜੇ 22 ਦੇ 22 ਜਿਹੜੇ ਬੰਦੀ ਸਿੰਘ ਆਪਣੇ ਘਰ ਆ ਜਾਣ ਤਾਂ ਉਹਦੇ ਨਾਲ ਦੀ ਰੀਸ ਨਹੀਂ, ਕਿਉਂਕਿ ਬੰਦੀ ਸਿੰਘ ਜਿਹੜੀ ਆਪਣੀ 30 24 26 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਪੂਰੀ ਕਰ ਚੁੱਕੇ ਆ। ਅਗਲੇ ਦਿਨ ਹੀ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਆ। ਵੈਸੇ ਰਾਸ਼ਟਰਪਤੀ ਦੀ ਚੋਣ ਆਪਾਂ ਕਹਿ ਲਈ ਇੱਕ ਮਹਿਜ ਫਾਰਮੈਲਿਟੀ ਹੋਣੀ ਆ, ਕਿਉਂਕਿ ਭਾਰਤੀ ਜਨਤਾ ਪਾਰਟੀ ਕੋਲੇ ਇੰਨੀਆਂ ਕੁ ਵੋਟਾਂ ਆ ਕਿ ਸਹਿਜ ਹੀ ਉਹਨਾਂ ਦਾ ਕੈਂਡੀਡੇਟ ਆ ਉਹਨੇ ਚੁਣਿਆ ਜਾਣਾ। ਇਹ ਦੱਸਦਾ ਕਿ ਇੱਥੇ ਜਿਹੜਾ ਰਾਸ਼ਟਰਪਤੀ ਆ ਉਹ ਆਮ ਲੋਕਾਂ ਵੱਲੋਂ ਨਹੀਂ ਚੁਣਿਆ ਜਾਂਦਾ। ਰਾਸ਼ਟਰਪਤੀ ਦੀ ਚੋਣ ਲਈ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਜਿਹੜੇ ਆ ਉਹ ਵੋਟ ਪਾਉਂਦੇ ਆ, ਪੂਰੇ ਮੁਲਕ ਦੇ ਜਿਹੜੇ ਵਿਧਾਇਕ ਆ ਉਹ ਵੋਟ ਪਾਉਂਦੇ ਆ। ਪਰ ਵੋਟਾਂ ਤਾਂ ਪੈਂਦੀਆਂ ਜੇ ਇਹ ਨੌਬਤ ਹੋਵੇ। ਇਹ ਪਤਾ ਹੁੰਦਿਆਂ ਹੋਇਆਂ ਵੀ ਕਿ ਰਾਸ਼ਟਰਪਤੀ ਦੀ ਚੋਣ ਜਿਹੜੀ ਆ ਉਹ ਭੁਗਤਣੀ ਆ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ, ਪਰ ਫਿਰ ਵੀ ਇੱਕ ਵਿਰੋਧੀ ਸਿਆਸੀ ਧਿਰ ਖੜੀ ਹੋਣ ਲੱਗੀ ਆ। ਮਮਤਾ ਬੈਨਰਜੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਜਿਹੜੇ ਆ ਉਹ ਲੀਡ ਕਰਨ ਲੱਗੇ ਆ। ਉਹਨਾਂ ਵੱਲੋਂ ਸਭ ਤੋਂ ਪਹਿਲਾਂ ਰਾਸ਼ਟਰਪਤੀ ਕਾਂਗਰਸ ਦੇ ਸ਼ਰਦ ਪਵਾਰ ਨੂੰ ਆਫਰ ਕੀਤੀ ਗਈ ਸੀ ਕਿ ਉਹ ਰਾਸ਼ਟਰਪਤੀ ਦੀ ਚੋਣ ਲੜਨ, ਪਰ ਉਹ ਪਾਸੇ ਹੋ ਗਏ, ਉਹ ਨਹੀਂ ਮੰਨੇ। ਉਸ ਤੋਂ ਬਿਨਾਂ ਹੁਣ ਉਹਨਾਂ ਨੇ ਕਈ ਸਾਰੀ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਸੀ ਕਿ ਆਪਾਂ ਇਕਜੁੱਟ ਹੋ ਕੇ ਘੱਟੋ ਘੱਟ ਇੱਕ ਫਰੰਟ ਤਾਂ ਖੜਾ ਕਰ ਲਈਏ। ਸੱਚੇ ਸ਼ਬਦਾਂ 'ਚ ਇਹ ਕਹਿ ਲਈਏ ਕਿ ਚਾਹੇ ਮਮਤਾ ਬੈਨਰਜੀ ਨੂੰ ਇਹ ਪਤਾ ਕਿ ਜਿੱਤ ਨਹੀਂ ਹੋਣੀ ਰਾਸ਼ਟਰਪਤੀ ਦੀ ਚੋਣ ਵਿੱਚ ਬੀਜੇਪੀ ਤੋਂ ਉਲਟ ਵਿਰੋਧੀ ਧਿਰ ਦੀ, ਪਰ ਉਹ ਚਾਹੁੰਦੇ ਆ ਕਿ ਘੱਟੋ ਘੱਟ 2024 ਦੀਆਂ ਚੋਣਾਂ ਵਿੱਚ ਇੱਕ ਤੀਜਾ ਫਰੰਟ ਖੜਾ ਹੋ ਜਾਏ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਪਾਸੇ ਕਰਦਾ ਹੈ। ਇਹਦੇ ਵਿੱਚ ਕੋਸ਼ਿਸ਼ਾਂ ਜਿਹੜੀਆਂ ਸ਼ੁਰੂ ਹੋ ਰਹੀਆਂ, ਪਰ ਸੰਕਟ ਜਿਹੜਾ ਆ ਉਹ ਲੀਡਰਸ਼ਿਪ ਦਾ ਆ। ਕਾਂਗਰਸ ਚਾਹੇ ਥਾਂ ਹਾਰ ਰਹੀ ਆ, ਪਰ ਕਾਂਗਰਸ ਨੂੰ ਇੰਝ ਲੱਗਦਾ ਕਿ ਸਾਥੋਂ ਬਿਨਾਂ ਹੋਰ ਕੋਈ ਵੀ ਜਿਹੜਾ ਆ ਉਹ ਲੀਡਰਸ਼ਿਪ ਜਿਹੜੀ ਆ ਦੇਣ ਦੇ ਕਾਬਿਲ ਨਹੀਂ ਹੈ। ਦੂਜੇ ਸ਼ਬਦ 'ਚ ਇਹ ਕਹਿ ਲਾ ਕਿ ਕਾਂਗਰਸ ਤੋਂ ਬਿਨਾਂ ਹੋਰ ਕੋਈ ਵੀ ਕਿਸੇ ਵੀ ਨੇਤਾ ਐਡਾ ਵੱਡਾ ਕੱਦ ਨਹੀਂ ਹੈਗਾ। ਪਰ ਇਹਦੇ ਉਲਟ ਮਮਤਾ ਬੈਨਰਜੀ ਇਹ ਕਹਿੰਦੇ ਆ ਕਿ ਪਹਿਲਾਂ ਇਕੱਠੇ ਹੋ ਜਾਓ, ਫਿਰ ਦੇਖ ਲਾਂਗੇ ਕਿ ਲੀਡਰ ਕੌਣ ਚੁਣਨਾ। ਹੋਰ ਵੀ ਕਈ ਉਹਨਾਂ ਨੇ ਕੱਲ 7 ਰਾਜਾਂ ਦੇ ਮੁੱਖ ਮੰਤਰੀ ਨੂੰ ਸੁਨੇਹਾ ਭੇਜਿਆ ਸੀਗਾ। ਜਿਹੜੀ ਇਹ ਵਿਰੋਧੀ ਧਿਰਾਂ ਦੀ ਮੀਟਿੰਗ ਸੱਦੀ ਗਈ ਆ ਉਹਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੂਰ ਰਹੇ ਆ। ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਦੂਰ ਰਹਿ ਰਿਹਾ, ਸ਼ਾਇਦ ਲੱਗਦਾ ਕਿ ਬੀਜੇਪੀ ਨਾਲ ਜਿਹੜਾ ਹਾਲ ਦੀ ਘੜੀ ਹੋਰ ਜਿਹੜੇ ਸੰਬੰਧ ਆ ਉਹ ਵਿਗਾੜਨ ਤੋਂ ਬਚਾਅ ਕਰ ਲਿਆ ਜਾਵੇ। ਆਮ ਆਦਮੀ ਪਾਰਟੀ ਨੂੰ ਇੰਝ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਤਾਂ ਲਾਉਣੀ ਆ, ਸੱਤਾ ਤੋਂ ਲਾਂਭੇ ਤਾਂ ਕਰਨਾ, ਪਰ ਇਹਦੇ ਲਈ ਦੂਜੀਆਂ ਕਾਂਗਰਸ ਜਾਂ ਜਿਹੜੀਆਂ ਤ੍ਰਿਣਮੂਲ ਕਾਂਗਰਸ ਆ ਉਹਦੇ ਨਾਲ ਰਲ ਕੇ ਚੱਲਣਾ ਮੁਸ਼ਕਲ ਆ। ਉਹ ਇਸ ਲਈ ਕਿਉਂਕਿ ਜਦੋਂ ਤੁਸੀਂ ਸੁਪਨੇ ਦੇਖਦੇ ਹੋ ਪ੍ਰਧਾਨ ਮੰਤਰੀ ਬਣਨ ਦੇ, ਅਰਵਿੰਦ ਕੇਜਰੀਵਾਲ ਜੋ ਸੁਪਨੇ ਦੇਖਦੇ ਆ ਪ੍ਰਧਾਨ ਮੰਤਰੀ ਬਣਨ ਦੇ, ਤਦ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਉਹ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਨੂੰ ਢਾਲਣਗੇ, ਗੁਜਰਾਤ ਵੀ ਉਹਨਾਂ ਨੇ ਜਿੱਤ ਲੈਣਾ, ਹਿਮਾਚਲ ਵੀ ਕਿਤੇ ਗਿਆ ਨਹੀਂ, ਹਰਿਆਣਾ ਤਾਂ ਹੈ ਕੋਲ। ਸੋ ਉਹਨਾਂ ਨੂੰ ਇੰਝ ਲੱਗਦਾ
ਕਿ ਜੇ ਮਮਤਾ ਬੈਨਰਜੀ ਨਾਲ ਉਹ ਰਲ ਕੇ ਤੁਰ ਪਏ ਤਦ ਹੋ ਸਕਦਾ ਕਿ ਜਦੋਂ ਉਹਨਾਂ ਨੇ ਕੱਲ੍ਹ ਨੂੰ ਵੈਸਟ ਬੰਗਾਲ 'ਚ ਚੋਣਾਂ ਲੜਨੀਆਂ ਤਾਂ ਮਮਤਾ ਬੈਨਰਜੀ ਨਾਲ ਪੰਗਾ ਲੈਣਾ ਜਿਹੜਾ ਆ ਉਹ ਮੁਸ਼ਕਲ ਹੋਵੇ। ਵੈਸੇ ਇੱਥੇ ਦੱਸਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਚਾਹੁੰਦੀ ਆ ਕਿ ਉਹ ਕਾਂਗਰਸ ਖਤਮ ਹੋ ਜਾਏ। ਦੂਜੇ ਬੰਨੇ ਜਿਹੜੀ ਹੈਗੀ ਆ ਇਹ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਉਹ ਇੰਝ ਮਹਿਸੂਸ ਕਰਦੀ ਆ ਕਿ ਸਾਥੋਂ ਬਿਨਾਂ ਹੋਰ ਕੋਈ ਬਦਲ ਨਹੀਂ ਰਿਹਾ। ਪਰ ਗੱਲ ਇਹ ਆ ਕਿ ਕਾਂਗਰਸ ਨੂੰ ਇਸ ਵੇਲੇ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਦਰੜਨ ਲੱਗੀ ਹੋਈ ਆ। ਜਿਵੇਂ ਰਾਹੁਲ ਗਾਂਧੀ ਨੂੰ 3 ਦਿਨ ਲਗਾਤਾਰ ਗ੍ਰਿਲ ਕੀਤਾ ਗਿਆ ਈਡੀ ਵੱਲੋਂ, ਉਹਨੂੰ ਲੈ ਕੇ ਕਈ ਤਰ੍ਹਾਂ ਦਾ ਵਿਰੋਧ ਹੋਣ ਲੱਗਾ। ਉਹ ਪਾਰਟੀਆਂ ਵੀ ਵਿਰੋਧ ਕਰਨ ਲੱਗੀਆਂ ਜਿਹੜੀਆਂ ਕਾਂਗਰਸ ਦੇ ਇੱਕ ਦੇ ਹੱਕ ਵਿੱਚ ਨਹੀਂ ਸੀ ਭੁਗਤੀਆਂ। ਕਿਹਾ ਜਾਂਦਾ ਕਿ ਇਸ ਸਰੀਰਕ ਤੇ ਮਾਨਸਿਕ ਜਿਹੜਾ ਤਸ਼ੱਦਦ ਆ ਤੇ ਜਿਹੜਾ ਕੱਲ੍ਹ ਕਈ ਥਾਂ ਮੁਜ਼ਾਹਰੇ ਹੋਏ ਆ। ਹੁਣ ਕੱਲ੍ਹ 17 ਜੂਨ ਨੂੰ ਰਾਹੁਲ ਗਾਂਧੀ ਨੂੰ ਫਿਰ ਬੁਲਾਇਆ ਗਿਆ। ਇਹ ਜਿਹੜਾ ਬਾਰ-ਬਾਰ ਬੁਲਾਉਣਾ 8 ਤੋਂ 10 ਘੰਟੇ ਪੁੱਛਗਿੱਛ ਕਰਨੀ, ਇਸ ਨੂੰ ਜਿਹੜਾ ਆ ਸਰੀਰਕ ਤੇ ਮਾਨਸਿਕ ਤਸ਼ੱਦਦ ਸਮਝਿਆ ਜਾ ਰਿਹਾ। ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਵੀ ਦੱਸਿਆ ਜਾਂਦਾ ਕਿ ਇਸ ਚਾਹੇ ਉਹਨਾਂ ਦੀ ਰਾਹੁਲ ਗਾਂਧੀ ਨਾਲ ਬਣਦੀ ਕਾਂਗਰਸ ਦੇ ਜਿੰਨੇ ਮਰਜ਼ੀ ਉਲਟਿਆ, ਪਰ ਉਹ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਬੋਲੇ ਆ। ਮੈਂ ਇੱਥੇ ਵੀ ਸੱਚ ਦੱਸਦਾ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਸੰਗਰੂਰ ਤੋਂ ਇਲੈਕਸ਼ਨ ਲੜ ਰਹੇ ਆ ਤੇ ਪਤਾ ਹੀ ਲੱਗਾ ਕਿ ਆਮ ਆਦਮੀ ਪਾਰਟੀ ਤੇ ਸਿਮਰਨਜੀਤ ਸਿੰਘ ਮਾਨ ਵਿੱਚ ਟੱਕਰ ਚੱਲ ਰਹੀ ਆ। ਆਮ ਆਦਮੀ ਪਾਰਟੀ ਦੇ ਇੱਕ ਸਪੋਰਟਰ ਦਾ ਹੁਣੇ ਫੋਨ ਆਇਆ। ਉਹ ਕਹਿ ਰਿਹਾ ਸੀ ਕਿ ਚਾਹੇ ਉਹ ਤੁਰ ਆਮ ਆਦਮੀ ਪਾਰਟੀ ਨਾਲ ਰਿਹਾ, ਪਰ ਉਹਨੂੰ ਲੱਗਦਾ ਕਿ ਇਸ ਵਾਲੀ ਜਿੱਤ ਜਿਹੜੀ ਆ ਉਹ ਸਿਮਰਨਜੀਤ ਸਿੰਘ ਮਾਨ ਦੀ ਹੋਣੀ ਚਾਹੀਦੀ ਆ। ਉਹਨਾਂ ਦਾ ਇਹ ਵੀ ਸੁਨੇਹਾ ਸੀਗਾ ਕਿ ਕਾਫੀ ਨੌਜਵਾਨ ਜਿਹੜੇ ਆ ਉਹ ਸਿਮਰਨਜੀਤ ਸਿੰਘ ਮਾਨ ਨਾਲ ਤੁਰੇ ਹੋਏ ਆ। ਤੇ ਉਸ ਵਿਅਕਤੀ ਨੇ ਸਪੈਸ਼ਲ ਫੋਨ ਕਰਕੇ ਇਹ ਵੀ ਕਿਹਾ ਕਿ ਕਾਂਗਰਸ ਤਾਂ ਦੂਰ ਖੜੀ ਆ, ਅਕਾਲੀ ਦਲ ਵੀ ਕਾਫੀ ਪਾਸੇ ਆ। ਆਮ ਆਦਮੀ ਪਾਰਟੀ ਚਾਹੇ ਚੰਗੇ ਕੰਮ ਕਰ ਰਹੀ ਆ, ਪਰ ਜਿਹੜਾ ਪਹਿਲਾਂ ਵਾਲਾ ਅੱਖਾਂ ਮੀਚ ਕੇ ਝਾੜੂ ਦੇ ਹੱਕ 'ਚ ਭੁਗਤਣ ਵਾਲੀ ਗੱਲ ਸੀ ਉਹ ਨਹੀਂ ਰਹੀ। ਹੁਣ ਇੱਕ ਜਿਹੜੀ ਹੋਰ ਗੱਲ ਕਰਨ ਵਾਲੀ ਬੜੀ ਜ਼ਰੂਰੀ ਇਹ ਆ ਕਿ ਆਮ ਆਦਮੀ ਪਾਰਟੀ ਗੈਰ ਕਾਨੂੰਨੀ ਰੇਤ ਖਨਨ ਨੂੰ ਲੈ ਕੇ ਬਹੁਤ ਗੰਭੀਰ ਆ। ਇਹ ਸਰਕਾਰ ਬਣਨ ਤੋਂ ਪਹਿਲਾਂ ਵੀ ਮੁੱਦਾ ਗਰਮ ਸਾ, ਹੁਣ ਵੀ ਮੁੱਦਾ ਗਰਮ ਆ। ਸਰਕਾਰ ਇਹ ਕਹਿ ਰਹੀ ਆ ਕਿ ਅਸੀਂ ਜਿਹੜੀ ਗੈਰ ਕਾਨੂੰਨੀ ਖਨਨ ਆ ਉਹਨੂੰ ਤੇ ਕਾਬੂ ਕਰ ਲਿਆ। ਵਿਰੋਧੀ ਤਰ੍ਹਾਂ ਕਹਿੰਦੀਆਂ ਕਿ ਪਹਿਲੇ ਉਵੇਂ ਚੱਲਦੀ ਆ। ਕਈ ਥਾਂ ਜਿਹੜੀਆਂ ਵੀਡੀਓ ਵੀ ਜਾਰੀ ਕੀਤੀਆਂ ਗਈਆਂ, ਪਰ ਹੁਣ ਸਾਨੂੰ ਪਤਾ ਇਹ ਲੱਗਾ ਕਿ ਸਰਕਾਰ ਨੇ ਇੱਕ ਨੀਤੀ ਬਣਾਈ ਆ ਜਿਹੜੀ ਫਾਈਨਲ ਨਹੀਂ ਹੋਈ ਹੈਗੀ। ਉਹਦੇ ਤਹਿਤ ਇਹ ਹੋਇਆ ਕਰੂਗਾ ਕਿ ਜਿਹੜੀਆਂ ਗੱਡੀਆਂ ਗੈਰ ਕਾਨੂੰਨੀ ਤੌਰ 'ਤੇ ਰੇਤਾ ਢੋਂਦੀਆਂ ਫੜੀਆਂ ਗਈਆਂ ਉਹ ਇੰਪਾਊਂਡ 6 ਮਹੀਨੇ ਲਈ ਹੋਇਆ ਕਰਨਗੀਆਂ। ਭਾਵ ਉਹਨਾਂ ਨੂੰ ਥਾਣੇ ਵਿੱਚ 6 ਮਹੀਨੇ ਲਈ ਬੰਦ ਕੀਤਾ ਜਾਇਆ ਕਰੂਗਾ। ਇਸ ਤੋਂ ਪਹਿਲਾਂ ਹੁੰਦਾ ਸੀਗਾ ਕਿ ਤੁਸੀਂ ਗੱਡੀ ਇੰਪਾਊਂਡ ਕਰਨ ਲਈ ਜ਼ਮਾਨਤ ਦਿੱਤੀ ਤੇ ਗੱਡੀ ਬਾਹਰ ਆ ਗਈ। ਇਸ ਤੋਂ ਬਿਨਾਂ ਇੱਕ ਇਹ ਕੀਤਾ ਕਿ ਉਹ ਸਾਈਟਾਂ ਜਿਹੜੀਆਂ ਅਲਾਟ ਹੋਣਗੀਆਂ ਉਹਨਾਂ ਦੀ DSP ਰੈਂਕ ਦਾ ਅਧਿਕਾਰੀ ਜਿਹੜਾ ਆ ਦਿਨ 'ਚ 3 ਵਾਰ ਜਿਹੜੀ ਆ ਚੈਕਿੰਗ ਕਰੇਗਾ। ਫਿਰ ਉਹ ਗੱਡੀਆਂ ਜਿਹੜੀਆਂ ਰੇਤਾ ਢਵਾਈ ਲਈ ਵਰਤੀਆਂ ਜਾਣਗੀਆਂ, ਸਪੈਸ਼ਲ ਗੱਡੀਆਂ, ਵਿਸ਼ੇਸ਼ ਗੱਡੀਆਂ, ਉਹਨਾਂ ਵਿੱਚ ਇੱਕ ਚਿੱਪ ਲਾਈ ਜਾਵੇਗੀ ਜਿਹਨੂੰ ਫੋਲੋ ਅਪ GPS ਕਰੇਗਾ। ਭਾਵ ਇਸ ਜਿਹੜੀਆਂ ਗੱਡੀਆਂ ਰੇਤਾ ਢੋਣ ਵਾਲੀਆਂ ਉਹ ਉਸ ਚਿੱਪ ਰਾਹੀਂ ਦੱਸੇ ਜਾਣਗੀਆਂ ਕਿ ਇਸ ਵੇਲੇ ਕਿੱਥੇ ਆ, ਕਿੱਥੇ ਰੇਤਾ ਲੈ ਰਹੀਆਂ, ਕਿੱਥੋਂ ਲੱਦ ਰਹੀਆਂ, ਕਿੱਥੇ ਪਹੁੰਚ ਰਹੀਆਂ। ਸੋ ਇਹ ਜਿਹੜਾ ਸਾਰਾ ਕੁਝ ਆ ਉਹ ਸਰਕਾਰ ਕਰਨ ਜਾ ਰਹੀ ਆ। ਪਰ ਇਸ ਵੇਲੇ ਜਿਹੜੀ ਯੋਜਨਾ ਬਣਾਈ ਆ ਇਹ ਤਾਂ ਬਣਾਈ ਆ ਜਿਹੜਾ ਮੰਤਰੀ ਕੈਬਨਿਟ ਹਰਜੋਤ ਸਿੰਘ ਬੈਂਸ ਨੇ, ਪਰ ਇਹ 'ਤੇ ਹਾਲੇ ਭਗਵੰਤ ਸਿੰਘ ਮਾਨ, ਹਰਪਾਲ ਸਿੰਘ ਚੀਮਾ ਦੀ ਮੋਹਰ ਜਿਹੜੀ ਆ ਉਹ ਲੱਗਣੀ ਆ। ਉਂਝ ਸਰਕਾਰ ਇਸ ਵੇਲੇ ਪਹਿਲ ਦੇ ਆਧਾਰ 'ਤੇ ਰੋਪੜ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ ਜਿਹੜੀਆਂ ਖੱਡਾਂ ਆ ਇਹਨੂੰ ਕਾਫੀ ਮਨਾਈਦਾਰ ਸਮਝ ਰਹੀ ਆ। ਤੇ ਇਹਨਾਂ ਖੱਡਾਂ ਬਾਰੇ ਜਿਹੜਾ ਆ ਉਹ ਹੈਗਾ ਸ਼ੁਰੂ ਕੰਮ ਜਿਹੜਾ ਕਰਦਾ ਗਿਆ ਕਿ ਇਹਨਾਂ ਦੀ ਜਿਹੜੀ ਕਮਾਈ ਆ ਉਹ ਸਰਕਾਰ ਦੇ ਖਜ਼ਾਨੇ ਵਿੱਚ ਆਵੇ। ਅਸੀਂ ਅਕਸਰ ਗੱਲ ਕਰਦੇ ਹਾਂ ਕਈ ਦਿਨਾਂ ਤੋਂ ਕਿ ਸਰਕਾਰ ਭ੍ਰਿਸ਼ਟ ਸਾਬਕਾ ਮੰਤਰੀਆਂ ਵਿਧਾਇਕਾਂ ਦੇ ਖਿਲਾਫ ਹੱਥ ਧੋ ਕੇ ਪਈ ਹੋਈ ਆ। ਹੁਣ ਨਵੀਂ ਗੱਲ ਇਹ ਪਤਾ ਲੱਗੀ ਆ ਕਿ ਕਾਂਗਰਸ ਦੇ ਕੋਈ 3 ਦਰਜਨ ਦੇ ਕਰੀਬ ਸਾਬਕਾ ਮੰਤਰੀ, ਸਾਬਕਾ ਵਿਧਾਇਕ ਜਿਹੜੇ ਆ ਉਹ ਰਡਾਰ 'ਤੇ ਆ। ਭਗਵੰਤ ਸਿੰਘ ਮਾਨ ਸਾਰੇ ਕੇਸਾਂ ਦੀ ਆਪ ਦੇਖ ਰੇਖ ਕਰ ਰਹੇ ਆ। ਵਿਜੀਲੈਂਸ ਨੂੰ ਕਿਹਾ ਗਿਆ ਕਿ ਕੋਈ 3 ਦਰਜਨ ਦੇ ਕਰੀਬ ਜਿਹੜੇ ਕਾਂਗਰਸੀ ਆ ਉਹਨਾਂ ਦਾ ਜਿਹੜਾ ਰਿਕਾਰਡ ਆ ਉਹ ਖੰਗਾਲਿਆ ਜਾਵੇ। ਪਤਾ ਇਹ ਵੀ ਲੱਗਿਆ ਕਿ ਜਿਹੜਾ ਸਿੰਚਾਈ ਘਪਲਾ ਆ ਜਿਹਦੇ ਵਿੱਚ 3 ਮੰਤਰੀ, 2 IAS ਅਫਸਰ ਇਨਵੋਲਵ ਆ, ਉਹਦੀ ਜਾਂਚ ਵੀ ਸ਼ੁਰੂ ਹੋ ਗਈ ਆ। ਤੇ ਅਸੀਂ ਕੱਲ੍ਹ ਵੀ ਕਿਹਾ ਸੀਗਾ ਇਹ ਕਿ ਭਗਵੰਤ ਸਿੰਘ ਮਾਨ ਕਾਂਗਰਸ ਤੋਂ ਬਾਅਦ ਹੱਥ ਪਾਉਣ ਵਾਲੇ ਆ ਅਕਾਲੀ ਮੰਤਰੀਆਂ ਨੂੰ ਜਾਂ ਅਕਾਲੀ ਵਿਧਾਇਕਾਂ ਨੂੰ। ਭਗਵੰਤ ਸਿੰਘ ਮਾਨ ਹੁਣੀ ਜਿਹੜਾ ਆ ਇਹ ਸਪਸ਼ਟ ਕਰ ਦਿੱਤਾ ਕਿ ਉਹ ਜਿਹੜੀ ਕਰਪਸ਼ਨ ਨੂੰ ਲੈ ਕੇ ਜ਼ੀਰੋ ਟੋਲਰੈਂਸ ਆ। ਉਹਨਾਂ ਨੇ ਕਿਸੇ ਵੀ ਉਸ ਵਿਅਕਤੀ ਨੂੰ ਨਹੀਂ ਬਖਸ਼ਣਾ ਜਿਹਨੇ ਪੰਜਾਬ ਦਾ ਪੈਸਾ
ਲੁੱਟ ਕੇ ਖਾਧਾ। ਵੈਸੇ ਭਗਵੰਤ ਸਿੰਘ ਮਾਨ ਹੋਣਾ ਦੀ ਜਿਹੜੀ ਇਹ ਮੁਹਿੰਮ ਆ ਇਹ ਬੜੀ ਸ਼ਲਾਘਾਯੋਗ ਆ। ਪੰਜਾਬ ਲੁੱਟਿਆ ਜਾਂਦਾ ਰਿਹਾ, ਪੰਜਾਬ ਦਾ ਜਿਹੜਾ ਪੈਸਾ ਆ ਉਹ ਕੁਝ ਘਰਾਣਿਆਂ ਜਾਂ ਕੁਝ ਲੋਕਾਂ ਦੀਆਂ ਜੇਬਾਂ 'ਚ ਜਾਂਦਾ ਰਿਹਾ। ਅਸੀਂ ਤੁਸੀਂ ਮਿਹਨਤਕਸ਼ ਲੋਕ ਜਿਹੜੇ ਆ ਮਿਹਨਤ ਕਰਕੇ ਟੈਕਸ ਵੀ ਭਰਦੇ ਰਹੇ, ਪਰ ਫਿਰ ਵੀ ਜਿਹੜੀ ਇੱਕ ਜ਼ਿੰਦਗੀ ਆ ਉਹ ਕਦੇ ਸੁੱਖ ਚੈਨ ਦੀ ਜੀ ਨਹੀਂ ਸਕੇ। ਅਸੀਂ ਐਂ ਕਹੀਏ ਕਿ ਹਮੇਸ਼ਾ ਕੰਮ ਕੀਤਾ ਆਪਣੇ ਹਾਕਮਾਂ ਲਈ, ਜਦੋਂ ਕਿ ਡਿਊਟੀ ਇਹ ਹੁੰਦੀ ਆ ਕਿ ਹਾਕਮਾਂ ਨੇ ਕੰਮ ਕਰਨਾ ਹੁੰਦਾ ਵੋਟਰਾਂ ਲਈ। ਵੈਸੇ ਜਿਹੜਾ ਨਾਅਰਾ ਆ ਉਹ ਦਿੱਤਾ ਜਾਂਦਾ ਰਿਹਾ, ਰਾਜ ਨਹੀਂ ਸੇਵਾ ਦਾ, ਪਰ ਇਹ ਜਿਹੜਾ ਸਾਰਾ ਕੁਝ ਆ ਚੱਲਦਾ ਉਲਟ ਰਿਹਾ। ਅਤੇ ਨਾਅਰੇ ਤਾਂ ਇਹ ਵੀ ਦਿੱਤੇ ਜਾਂਦੇ ਰਹੇ ਆ ਕਿ ਜੋ ਕਿਹਾ ਉਹ ਕੀਤਾ, ਜੋ ਕਹਾਂਗੇ ਉਹ ਕਰਾਂਗੇ। ਜਾਂ ਇੱਕ ਹੋਰ ਬੜੀ ਗੱਲ ਪਿੱਛੇ ਪ੍ਰਚਲਿਤ ਰਹੀ ਸੀ ਕਿ ਮੈਂ ਪੰਥ ਬਸੇ ਮੈਂ ਉਜੜਾਂ ਮਨ ਚਾਉ ਘਨੇਰਾ। ਸੋ ਇਸ ਵੇਲੇ ਭਗਵੰਤ ਸਿੰਘ ਮਾਨ ਹੁਣੀ ਜਿਵੇਂ ਸੂਤਰ ਦੱਸਦੇ ਆ ਕਿ ਸਾਰੀ ਜਿਹੜੀ ਅਗਵਾਈ ਆ ਉਹ ਆਪ ਕਰ ਰਹੇ ਆ, ਉਹ ਰਿਪੋਰਟ ਲੈ ਰਹੇ ਆ, ਔਰ ਉਹਨਾਂ ਨੇ ਬਿਜ਼ਨਸ ਨੂੰ ਕਿਹਾ ਕਿ ਜਿਹੜੇ ਕੇਸ ਆ ਉਹ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਜਿਹੜਾ ਹੱਥ ਆ ਉਹ ਪਾਇਆ ਜਾਵੇ। ਲਾਸਟ ਵਿੱਚ ਹੁਣ ਇੱਕ ਖਬਰ ਕੈਨੇਡਾ ਬਾਰੇ। ਕੈਨੇਡਾ ਦੀ ਜਗਤ ਪੰਜਾਬੀ ਸਾਹਿਤ ਸਭਾ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਕਰਾਈ ਜਾ ਰਹੀ ਆ। 23, 24, 25 ਜੂਨ ਨੂੰ ਇਹ ਕਾਨਫਰੰਸ ਬਰੈਂਪਟਨ ਵਿੱਚ ਹੋ ਰਹੀ ਆ। ਕਾਨਫਰੰਸ ਦਾ ਜਿਹੜਾ ਮੁੱਦਾ ਆ ਉਹ ਰੱਖਿਆ ਗਿਆ ਪੰਜਾਬੀ ਭਾਸ਼ਾ ਅਤੇ ਸਿੱਖਿਆ ਦੁਆਲੇ। ਹੈਰਾਨੀ ਦੀ ਗੱਲ ਜਾਂ ਵਧੀਆ ਗੱਲ ਇਹ ਕਿ ਵਿਦੇਸ਼ ਵਸਦੇ ਜਿਹੜੇ ਸਾਡੇ ਕਨਵੀਨਰ ਨੇ ਇਸ ਵਰਲਡ ਪੰਜਾਬੀ ਕਾਨਫਰੰਸ ਦੇ ਜਾਂ ਜਗਤ ਪੰਜਾਬੀ ਸਭਾ ਦੇ ਅਜੈਬ ਸਿੰਘ ਚੱਠਾ, ਉਹ ਕਾਫੀ ਚਿੰਤਤ ਨੇ ਕਿ ਪੰਜਾਬ ਵਿੱਚ ਜਿਹੜੀ ਸਿੱਖਿਆ ਦਾ ਸੁਧਾਰ ਆ ਉਹ ਉੱਚਾ ਹੋਣਾ ਚਾਹੀਦਾ। ਵਿਸ਼ੇਸ਼ ਕਰਕੇ ਉਹਨਾਂ ਦੀ ਜਿਹੜੀ ਚਿੰਤਾ ਆ ਉਹ ਨੈਤਿਕ ਸਿੱਖਿਆ ਬਾਰੇ ਆ। ਪਤਾ ਇਹ ਵੀ ਲੱਗਾ ਕਿ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਹ ਸੰਪਰਕ ਵੀ ਕਰ ਲਿਆ ਸੀ ਜਾਂ ਉਹਨਾਂ ਨੂੰ ਕਨਵਿੰਸ ਵੀ ਕਰਾ ਲਿਆ ਸੀ ਕਿ ਸਕੂਲਾਂ ਵਿੱਚ ਨੈਤਿਕ ਸਿੱਖਿਆ ਜਿਹੜੀ ਆ ਉਹ ਸ਼ੁਰੂ ਹੋਣੀ ਚਾਹੀਦੀ ਆ। ਉਹ ਮੰਨਦੇ ਆ ਕਿ ਨੈਤਿਕ ਸਿੱਖਿਆ ਦੀ ਨੀਂਹ ਮਜ਼ਬੂਤ ਹੋਵੇ ਤਾਂ ਮਨੁੱਖ ਜਿਹੜਾ ਆ ਉਹ ਮਜ਼ਬੂਤ ਉਸਰਦਾ ਜਾਂਦਾ। ਅਤੇ ਨਾਲ ਹੀ ਨਾਲ ਇੱਕ ਇਹ ਵੀ ਪਤਾ ਲੱਗਾ ਕਿ ਜਿਹੜੀ ਉਹਨਾਂ ਨੇ ਨੈਤਿਕ ਸਿੱਖਿਆ ਦੀ ਗੱਲ ਕੀਤੀ ਸੀਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ, ਉਸ ਨੂੰ ਸਿੱਖਿਆ ਵਿਭਾਗ ਨੇ ਵੈਲਕਮ ਜ਼ਿੰਦਗੀ ਦੇ ਨਾਂ ਹੇਠ ਲਾਗੂ ਕਰਤਾ। ਪਰ ਉਹਨਾਂ ਦਾ ਇਹ ਮੰਨਣਾ ਆ ਕਿ ਵੈਲਕਮ ਜ਼ਿੰਦਗੀ ਅਤੇ ਨੈਤਿਕਤਾ ਦੋਨਾਂ ਵਿੱਚ ਹਾਲੇ ਵੀ ਜ਼ਮੀਨ ਅਸਮਾਨ ਦਾ ਫਰਕ ਆ। ਉਹ ਚਾਹੁੰਦੇ ਆ ਕਿ ਪੰਜਾਬ ਦੇ ਸਕੂਲਾਂ ਵਿੱਚ ਨੈਤਿਕਤਾ ਨੂੰ ਇੱਕ ਵਿਸ਼ੇ ਵਜੋਂ ਪੜ੍ਹਾਇਆ ਜਾਵੇ। ਇਹ ਉਹਨਾਂ ਦੀ ਇੱਛਾ ਆ, ਇਹ ਤਮੰਨਾ ਆ, ਅਤੇ ਉਹ ਇਸ ਗੱਲ ਦੇ ਹੱਕ ਵਿੱਚ 20 ਦਲੀਲਾਂ ਦਿੰਦੇ ਆ ਕਿ ਨੈਤਿਕਤਾ ਮਨੁੱਖ ਦੀ ਜ਼ਿੰਦਗੀ ਦਾ ਇੱਕ ਬਹੁਤ ਜ਼ਰੂਰੀ ਅੰਗ ਆ। ਵੈਸੇ ਇਹ ਜਿਹੜੀ ਜਗਤ ਪੰਜਾਬੀ ਸਭਾ ਆ ਇਹ ਕੋਈ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਨਹੀਂ ਕਰਾ ਰਹੀ, ਇਹਦਾ ਚੌਥਾ ਵੈਂਚਰ ਆ। ਪਿਛਲੇ ਵਾਰੀ ਕਰੋਨਾ ਕਰਕੇ 2 ਸਾਲ ਇਹ ਨਹੀਂ ਹੋ ਸਕੀ। ਉਂਝ ਇੱਕ ਗੱਲ ਜਿਹੜੀ ਇਹ ਮੰਨੀ ਜਾਂਦੀ ਆ ਕਿ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਬਰੈਂਪਟਨ ਵਿੱਚ ਹੋਣ ਵਾਲੀ ਆ ਜਗਤ ਪੰਜਾਬੀ ਸਭਾ ਵੱਲੋਂ, ਇਸ ਸਭਾ ਵੱਲੋਂ ਪਿਛਲੇ ਸਮੇਂ ਦੌਰਾਨ ਕਾਨਫਰੰਸਾਂ ਕਰਾ ਕੇ ਕਿਤਾਬਾਂ ਛਪਵਾ ਕੇ ਲੇਖਕਾਂ ਨੂੰ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਗਿਆਨ ਬੁੱਧੀਮਾਨੀ ਜਿਹੜੀ ਆ ਉਹਦਾ ਫਾਇਦਾ ਲੈ ਕੇ ਕਈ ਸਰਕਾਰਾਂ, ਕਈ ਸਮਾਜ ਸੇਵੀ ਸੰਸਥਾਵਾਂ ਜਾਂ ਅਦਾਰਿਆਂ ਨਾਲੋਂ ਵੱਧ ਕੰਮ ਕੀਤਾ ਗਿਆ। ਸੋ ਅਸੀਂ ਚਾਹੁੰਦੇ ਹਾਂ ਕਿ ਜੇ ਦੇਸ਼ ਵਿਦੇਸ਼ ਬੈਠੇ ਜਿਹੜੇ ਸਾਡੇ ਭਰਾ ਆ ਉਹ ਪੰਜਾਬੀ ਭਾਸ਼ਾ, ਪੰਜਾਬੀ ਦੀ ਸਿੱਖਿਆ ਜਾਂ ਆਪਣੀ ਧਰਤੀ ਨੂੰ ਲੈ ਕੇ ਇੰਨਾ ਚਿੰਤਤ ਆ ਤਾਂ ਅਸੀਂ ਵੀ ਉਹਨਾਂ ਦਾ ਜਿਹੜਾ ਆ ਕੀਤੇ ਜਾਂਦੇ ਯਤਨ ਆ ਉਹਦਾ ਸਵਾਗਤ ਕਰੀਏ, ਉਹਨੂੰ ਜੀ ਆਇਆਂ ਆਖੀਏ, ਉਹਨੂੰ ਵੈਲਕਮ ਕਹੀਏ। ਸੋ ਅਰਦਾਸ ਕਰਦੇ ਹਾਂ ਕਿ ਪੰਜਾਬੀ ਦੀ ਪ੍ਰਫੁੱਲਤਾ ਲਈ ਇਵੇਂ ਹੀ ਕੰਮ ਹੁੰਦੇ ਰਹਿਣ। ਪੰਜਾਬੀ ਮਾਂ ਬੋਲੀ ਪਟਰਾਣੀ ਬਣੇ, ਪੰਜਾਬੀ ਮਾਂ ਬੋਲੀ ਜਿਹਨੂੰ ਅਸੀਂ ਬਣਦਾ ਸਥਾਨ ਦਿਵਾਉਣ ਲਈ ਪੂਰੇ ਵਿਸ਼ਵ ਭਰ ਵਿੱਚ ਸਟਰਗਲ ਕਰਦੇ ਹਾਂ, ਉਹਨੂੰ ਸਫਲਤਾ ਮਿਲੇ। ਸੋ ਅੱਜ ਦਾ ਜਿਹੜਾ ਖਾਲਸ ਸਪੈਸ਼ਲ ਆ ਇਹਦੇ ਵਿੱਚ ਇੰਨਾ ਹੀ ਕਾਫੀ। ਕੱਲ੍ਹ ਨੂੰ ਮਿਲਾਂਗੇ, ਨਵੇਂ ਵਿਸ਼ਿਆਂ 'ਤੇ ਗੱਲ ਕਰਾਂਗੇ, ਕੁਝ ਨਵੇਂ ਵਿਸ਼ੇ ਛੋਹਾਂਗੇ, ਅੰਦਰਲੀਆਂ ਖਬਰਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬਲਮੈਤ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।